ਪੰਜਾਬ ਤੋਂ ਇੰਗਲੈਂਡ ਆਉਣ ਵਾਲੇ ਅਤੇ ਇੰਗਲੈਂਡ ਤੋਂ ਪੰਜਾਬ ਜਾਣ ਵਾਲੇ ਯਾਤਰੀਆਂ ਦੇ ਲਈ ਹੁਣ ਸਫ਼ਰ ਹੋਰ ਸੌਖਾ ਹੋ ਗਿਆ ਹੈ। ਏਅਰ ਇੰਡੀਆ ਵੱਲੋਂ ਅੰਮ੍ਰਿਤਸਰ ਅਤੇ ਲੰਡਨ ਵਿਚਕਾਰ ਚੱਲਣ ਵਾਲੀ ਸਿੱਧੀ ਫਲਾਈਟਾਂ ਨੂੰ ਵਧਾ ਦਿੱਤਾ ਗਿਆ ਹੈ, ਜਿਸ ਦੇ ਚੱਲਦਿਆਂ ਹੁਣ ਦਿੱਲੀ ਏਅਰਪੋਰਟ ਦਾ ਵਾਧੂ ਸਫ਼ਰ ਨਹੀਂ ਕਰਨਾ ਪਵੇਗਾ। ਇਸ ਬਾਰੇ ਸਾਡੇ ਸਹਿਯੋਗੀ ਅਨਮੋਲ ਕੌਰ ਨੇ ਸੇਵਾ ਟਰਸਟ ਯੂਕੇ ਦੇ ਫਾਊਂਡਰ ਚਰਨ ਕੰਵਲ ਸਿੰਘ ਸੇਖੋ ਅਤੇ ਸਮੀਪ ਸਿੰਘ ਦੇ ਨਾਲ ਖਾਸ ਗੱਲਬਾਤ ਕੀਤੀ। ਟਾਟਾ ਗਰੁੱਪ ਅਧੀਨ ਆਉਂਦੀ ਏਅਰ ਇੰਡੀਆ ਵੱਲੋਂ ਅੰਮ੍ਰਿਤਸਰ ਅਤੇ ਲੰਡਨ ਵਿਚਕਾਰ ਚੱਲਣ ਵਾਲੀ ਸਿੱਧੀ ਉਡਾਨ ਦੀ ਫ੍ਰੀਕੁਐਂਸੀ ਨੂੰ 1 ਤੋਂ ਵਧਾ ਕੇ 3 ਕਰਨ ਦਾ ਐਲਾਨ ਕੀਤਾ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸੈਕਟਰੀ ਸਮੀਪ ਸਿੰਘ ਗੁਮਤਾਲਾ ਅਤੇ ਸੇਵਾ ਟਰਸਟ ਯੂਕੇ ਦੇ ਸੰਸਥਾਪਕ MBE ਚਰਨ ਕੰਵਲ ਸਿੰਘ ਸ਼ੇਖੋ, ਜੋ ਕਿ ਇਸ ਮੁੱਦੇ ਨੂੰ ਲੈ ਕੇ ਭਾਰਤ ਅਤੇ ਯੂਕੇ ਸਰਕਾਰ ਅਤੇ ਅਥਾਰਟੀਜ਼ ਦੇ ਨਾਲ ਲਗਾਤਾਰ ਯਤਨ ਕਰ ਰਹੇ ਸਨ ਅਤੇ ਇਹਨਾਂ ਨੇ ਵੱਲੋਂ ਇਸ ਡਿਸੀਜਨ ਦਾ ਵੀ ਸਵਾਗਤ ਕੀਤਾ ਗਿਆ ਹੈ। ਤੇ ਅੱਜ ਖਾਸ ਤੌਰ ਤੇ ਮੇਰੇ ਨਾਲ ਜੁੜੇ ਨੇ MBE ਚਰਨ ਕੰਵਲ ਸਿੰਘ ਸ਼ੇਖੋ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ PTC ਪੰਜਾਬੀ ਦੇ ਵਿੱਚ। ਬਿਲਕੁਲ ਜੀ, ਜੋ ਲੇਟੈਸਟ ਅਪਡੇਟ ਏਅਰ ਇੰਡੀਆ ਦੇ ਵੈਬਸਾਈਟ ਤੇ ਮਿਲ ਰਹੀ ਆ ਉਹ ਇਹ ਹੈ ਕਿ 27 ਮਾਰਚ ਤੋਂ ਇਹ ਜੋ ਇੱਕ ਫਲਾਈਟ ਸੀ ਲੰਡਨ ਹੀਥਰੋ ਤੋਂ ਅੰਮ੍ਰਿਤਸਰ ਦੀ ਡਾਇਰੈਕਟ ਫਲਾਈਟ, ਇਹਦੀ ਫ੍ਰੀਕੁਐਂਸੀ ਵਧਾ ਕੇ 3 ਫਲਾਈਟਾਂ ਕਰ ਦਿੱਤੀ ਗਈ ਆ ਐਵਰੀ ਸੈਟਰਡੇ, ਸੰਡੇ ਐਂਡ ਮੰਡੇ। ਤੇ ਉੱਥੋਂ ਪੰਜਾਬ ਤੋਂ ਅਗਲੇ ਦਿਨ ਫਿਰ ਫਲਾਈਟ ਵਾਪਸ ਮੁੜਦੀ ਆ। ਸੋ ਪੰਜਾਬ ਤੋਂ ਇਹ ਸੰਡੇ, ਮੰਡੇ ਐਂਡ ਟਿਊਜ਼ਡੇ, ਇਹ ਹਫਤੇ 'ਚ 3 ਦਿਨ ਫਲਾਈਟ ਇਹ ਏਅਰ ਇੰਡੀਆ ਨੇ ਡਿਸੀਜਨ ਲਿਆ ਹੈ। ਔਰ ਇਸ ਦਾ ਅਸੀਂ ਸੇਵਾ ਟਰਸਟ ਵੱਲੋਂ ਔਰ ਸਮੂਹ ਪੰਜਾਬੀ ਸਿੱਖ ਡਾਇਸਪੋਰਾ ਕਮਿਊਨਿਟੀਜ਼ ਵੱਲੋਂ ਬਹੁਤ ਇਹ ਸਵਾਗਤ ਕਰਦੇ ਹਾਂ। ਇਹ ਸਾਡੀ ਬਹੁਤ ਹੀ ਲੰਮੇ ਸਮੇਂ ਤੋਂ ਡਿਮਾਂਡ ਸੀ। ਜਿਸ ਤਰੀਕੇ ਨਾਲ ਤੁਸੀਂ ਮੈਂਸ਼ਨ ਕੀਤਾ ਕਿ ਪਿਛਲੇ 10 ਸਾਲਾਂ ਤੋਂ ਇਹ ਸਾਡਾ ਲਗਾਤਾਰ ਇਹ ਜਦੋਜਹਿਦ ਸਾਡੀ ਚੱਲ ਰਹੀ ਹੈ। ਔਰ ਮੈਂ ਆਪ ਜੀ ਦੇ ਜਿਤਨੇ ਵੀ ਦਰਸ਼ਕ ਨੇ, ਸਰੋਤੇ ਨੇ, ਉਹਨਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ 2010 ਦੇ ਕਰੀਬ ਇੱਕ ਥੋੜ੍ਹੇ ਚਿਰ ਵਾਸਤੇ ਏਅਰ ਇੰਡੀਆ ਦੀ ਫਲਾਈਟ ਚੱਲੀ ਸੀ ਔਰ ਉਹ ਫਲਾਈਟ ਫਿਰ ਬੰਦ ਹੋ ਗਈ। ਉਸ ਤੋਂ ਬਾਅਦ ਫਿਰ ਜੋ ਵਾਇਆ ਰਸ਼ੀਆ, ਜਿਸ ਵਿੱਚ ਰਸ਼ੀਆ, ਉਜ਼ਬੇਕਿਸਤਾਨ, ਤੁਰਕਮਿਸਤਾਨ, ਇਸ ਤਰੀਕੇ ਨਾਲ ਇਨਡਾਇਰੈਕਟ ਫਲਾਈਟਾਂ ਚੱਲੀਆਂ, ਪਰ ਡਾਇਰੈਕਟ ਫਲਾਈਟ ਬਹੁਤ ਲੰਬੇ ਸਮੇਂ ਤੋਂ ਬੰਦ ਸੀ। ਸੋ ਇਸ ਸੰਬੰਧ ਵਿੱਚ ਸਾਡਾ ਜੋ ਐਫਰਟ ਸੇਵਾ ਟਰਸਟ ਦਾ ਸੀ ਉਹ 2014 ਤੋਂ ਸ਼ੁਰੂ ਹੋਇਆ ਔਰ 2015 'ਚ ਮੈਨੂੰ ਪ੍ਰਾਈਮ ਮਿਨਿਸਟਰ ਮੋਦੀ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਜਦੋਂ ਉਹ ਯੂਕੇ ਟ੍ਰਿਪ ਤੇ ਆਏ ਸੀ ਇੱਥੇ ਲੰਡਨ ਵਿਖੇ, ਜਿੱਥੇ ਉਹਨਾਂ ਨੂੰ ਇਹ ਡਿਮਾਂਡ ਅਸੀਂ ਦੱਸੀ ਕਿ ਸਾਨੂੰ ਟਰੈਵਲ ਕਰਨ 'ਚ ਬਹੁਤ ਮੁਸ਼ਕਿਲ ਆਉਂਦੀ ਹੈ। ਔਰ ਉਹਨਾਂ ਨੇ ਕਿਹਾ ਕਿ ਮੈਨੂੰ ਕੁਝ ਸਮਾਂ ਦਿਓ, ਮੈਂ ਜੋ ਤੁਹਾਡੀ ਡਿਮਾਂਡ ਹੈ ਉਹਨੂੰ ਸਿਵਲ ਜੋ ਸਾਡੀ ਮਿਨਿਸਟਰੀ ਹੈ ਉਹਦੇ ਨਾਲ ਮੈਂ ਡਿਸਕਸ ਕਰਕੇ ਇਹਨੂੰ ਮੈਂ ਅੱਗੇ ਇਹਦਾ ਕੋਈ ਸੋਲੂਸ਼ਨ ਕੱਢਣ ਦੀ ਕੋਸ਼ਿਸ਼ ਕਰਾਂਗਾ। 2017 'ਚ ਅਸੀਂ CM ਚੀਫ ਮਿਨਿਸਟਰ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਜੀ ਯੂਕੇ ਆਏ ਸੀ। ਉਹਨਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਔਰ ਉਹਨਾਂ ਨੂੰ ਅਸੀਂ ਡੇਟਾ ਪ੍ਰੋਵਾਈਡ ਕੀਤਾ ਕਿ ਇਹ ਆਥੈਂਟਿਕ ਡੇਟਾ ਹੈ ਜਿਸ ਦੇ ਬੇਸ ਤੇ ਜਸਟੀਫਾਈ ਅਸੀਂ ਕਰ ਸਕਦੇ ਹਾਂ ਕਿ ਪੰਜਾਬ ਤੋਂ 2 ਜਾਂ 3 ਫਲਾਈਟਾਂ ਹਰੇਕ ਹਫ਼ਤੇ ਚੱਲਣੀਆਂ ਜ਼ਰੂਰੀ ਨੇ। ਔਰ ਉਸ ਤੋਂ ਬਾਅਦ ਫਿਰ ਸੇਵਾ ਟਰਸਟ ਵੱਲੋਂ ਅਸੀਂ ਲਿਖਤੀ ਰੂਪ ਵਿੱਚ ਪੂਰੇ ਦਾ ਪੂਰਾ ਜੋ ਡੇਟਾ ਸੀ ਇਹ ਸਿਵਲ ਜੋ ਗਵਰਨਮੈਂਟ ਆਫ ਇੰਡੀਆ ਦੀ ਮਿਨਿਸਟਰੀ ਆਫ ਏਵੀਏਸ਼ਨ ਉਹਨਾਂ ਨੂੰ ਭੇਜਿਆ। ਮੇਰੇ ਪਾਸ ਲਿਖਤੀ ਰੂਪ ਵਿੱਚ ਉਹਨਾਂ ਦੇ ਜੋ ਅੰਡਰ ਸੈਕਟਰੀ ਰਮਨਾ ਜੀ, ਉਹਨਾਂ ਦਾ 2018 ਦਾ ਉੱਤਰ ਆਇਆ ਹੋਇਆ। ਔਰ ਉਹਦੇ ਨਾਲ ਅਸੀਂ ਜੋ ਜਿੰਨੀਆਂ ਏਅਰਲਾਈਨਾਂ ਸੀ ਇੱਥੇ, ਏਅਰ ਇੰਡੀਆ, ਬ੍ਰਿਟਿਸ਼ ਏਅਰਵੇਜ਼, ਵਰਜਨ ਏਅਰਵੇਜ਼, ਉਹਨਾਂ ਨੂੰ ਪੂਰੇ ਦਾ ਪੂਰਾ ਡੇਟਾ ਤਿਆਰ ਕਰਕੇ ਲਾਈਕ ਅ ਮਿਨੀ ਥੀਸਿਸ, ਜਿਸ ਵਿੱਚ ਅਸੀਂ ਇਹ ਪ੍ਰੈਜ਼ੈਂਟ ਕੀਤਾ ਕਿ ਪੰਜਾਬ 'ਚ ਡੇਲੀ ਬੇਸਿਸ ਤੇ ਕਿੰਨੇ ਪੈਸੇਂਜਰ ਨੇ ਜਿਹੜੇ ਆ ਰਹੇ ਨੇ, ਉਹਨਾਂ ਨੂੰ ਦਿੱਲੀ ਜਾਣਾ ਪੈਂਦਾ, ਤੇ ਉਸ ਤੋਂ ਬਾਅਦ ਫਿਰ ਸਾਡੇ ਜੋ ਯੂਕੇ ਦੇ ਪੈਸੇਂਜਰ ਨੇ ਕਿੰਨੀ ਗਿਣਤੀ ਵਿੱਚ ਉਹ ਜਾਂਦੇ ਨੇ। ਔਰ ਇਹਦੇ ਤੇ ਅਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਆ, ਕਿਉਂਕਿ ਮੈਂ ਇਸ ਗੱਲ ਦਾ ਵਿਸ਼ਵਾਸ ਰੱਖਦਾ ਹਾਂ ਕਿ ਜਦੋਂ ਅਸੀਂ ਕੋਈ ਡਿਮਾਂਡ ਕਰਨੀ ਹੁੰਦੀ ਆ ਅਸੀਂ ਉਹਦੇ ਤੱਥਾਂ ਤੱਕ ਪਹੁੰਚੀਏ, ਕਿ ਬਾਹਰ ਖੜ ਕੇ ਨਾਅਰੇ ਲਾ ਦੇਣਾ ਇਹਦੇ ਨਾਲ ਡਿਮਾਂਡਾਂ ਪੂਰੇ ਨਹੀਂ ਹੁੰਦੀਆਂ। ਵੀ ਨੀਡ ਟੂ ਵਰਕ ਬੇਸਡ ਔਨ ਦਾ ਫੈਕਟਸ, ਓਵਰਆਲ ਰਿਸਰਚ। ਬਿਲਕੁਲ, ਇਹ 10 ਸਾਲ ਦੀ ਜਿਹੜੇ ਤੁਹਾਡੇ ਐਫਰਟਸ ਹੈਗੇ, ਤੁਹਾਡੀ ਰਿਸਰਚ ਹੈਗੀ, ਇਹਦੇ ਵਿੱਚ ਤੁਹਾਨੂੰ ਕਾਫੀ ਤਰ੍ਹਾਂ ਦੇ ਅਪ ਐਂਡ ਡਾਊਨਸ ਵੀ ਆਏ ਹੋਣਗੇ। ਜੀ ਬਿਲਕੁਲ। ਇਹ ਤਾਂ ਸਭ ਤੋਂ ਪਹਿਲਾਂ ਸਾਨੂੰ ਜੋ ਆਬਸਟੀਕਲ ਆਈ ਸੀ ਉਹ ਏਅਰਲਾਈਨ ਵੱਲੋਂ ਆਈ ਸੀ ਕਿ ਏਅਰਲਾਈਨ ਨੇ ਸਾਨੂੰ ਇਹ ਕਿਹਾ ਕਿ ਇਹ ਜਿਹੜਾ ਰੂਟ ਹੈ ਵਾਈਬਲ ਨਹੀਂ ਹੈ, ਕਿਉਂਕਿ ਇਸ ਰੂਟ ਵਿੱਚ ਸਾਨੂੰ ਏਅਰ ਇੰਡੀਆ ਨੇ ਕਿਹਾ ਸਾਨੂੰ 2 ਮੁਸ਼ਕਿਲਾਂ ਆਉਂਦੀਆਂ। ਇੱਕ ਮੁਸ਼ਕਿਲ ਹੈ ਸਾਨੂੰ ਜੋ ਬਿਜ਼ਨਸ ਕਲਾਸ ਪੈਸੇਂਜਰ ਨੇ ਉਹ ਨਹੀਂ ਮਿਲਦੇ, ਕਿਉਂਕਿ ਇਹ ਸਾਨੂੰ ਅੰਡਰਸਟੈਂਡ ਕਰਨ ਦੀ ਲੋੜ ਆ ਕਿ ਜੇ ਕੋਈ ਫਲਾਈਟ ਜਾ ਰਹੀ ਆ, ਇਕੋਨਮੀ ਕਲਾਸ ਫੁੱਲ ਹੈ, ਬਿਜ਼ਨਸ ਕਲਾਸ ਖਾਲੀ ਆ ਰਹੀ ਆ, ਤਾਂ ਏਅਰਲਾਈਨ ਲਈ ਇਹ ਬਹੁਤ ਮੁਸ਼ਕਿਲ ਹੈ ਉਹਨੂੰ ਸਸਟੇਨ ਕਰਨਾ। ਸੋ ਉਹਨਾਂ ਨੇ ਜੋ ਡੇਟਾ ਕੋਟ ਕੀਤਾ ਸੀ ਉਹ ਤਕਰੀਬਨ 15 ਸਾਲ ਪੁਰਾਣਾ ਡੇਟਾ ਸੀ। ਜਿਸ ਤਰੀਕੇ ਨਾਲ ਮੈਂ ਦੱਸ ਰਿਹਾ 2008-10 ਦੇ ਕਰੀਬ ਇਹ ਫਲਾਈਟਾਂ ਚੱਲੀਆਂ ਸੀ।
ਉਸ ਬੇਸ ਤੇ ਉਹ ਡੇਟਾ ਕੋਟ ਕਰ ਰਹੇ ਸੀ ਕਿ ਸਾਡੇ ਬਿਜ਼ਨਸ ਕਲਾਸ ਪੈਸੇਂਜਰ ਆ ਜਿਹੜੇ ਪੂਰੇ ਨਹੀਂ ਸੀ ਹੁੰਦੇ। ਪਰ ਮੈਂ ਉਹਨਾਂ ਨਾਲ ਸਹਿਮਤ ਵੀ ਹਾਂ ਕਿ ਅੱਜ ਤੋਂ 15 ਸਾਲ ਪਹਿਲਾਂ ਸਾਡੀ ਜੋ ਇਕਨੋਮਿਕ ਸਿਚੁਏਸ਼ਨ ਸੀ ਸਾਡੇ ਪੰਜਾਬੀਆਂ ਦੀ, ਉਹ ਡਿਫਰੈਂਟ ਸੀ। ਹੁਣ ਸਾਡੇ ਪੰਜਾਬੀ ਪੂਰੇ ਸਟੈਬਲਿਸ਼ ਹੋ ਗਏ ਨੇ, ਔਰ ਜੋ ਪ੍ਰੀਮੀਅਮ ਕਲਾਸ ਕਹਿ ਦਈਏ, ਬਿਜ਼ਨਸ ਕਲਾਸ ਕਹਿ ਦਈਏ, ਉਹ ਤਕਰੀਬਨ ਹਰ ਇੱਕ ਫਲਾਈਟ ਵਿੱਚ ਉਹ ਭਰੀਆਂ ਜਾ ਰਹੀਆਂ ਨੇ। ਔਰ ਮੈਂ ਇੱਕ ਹੋਰ ਬਹੁਤ ਹੀ ਇੰਟਰਸਟਿੰਗ ਫੈਕਟ ਆਪਣਾ ਸ਼ੇਅਰ ਕਰਨਾ ਚਾਹੁੰਦਾ ਕਿ 2017 'ਚ ਅਸੀਂ ਡੇਟਾ ਕਲੈਕਟ ਕੀਤਾ ਕਿ ਪੰਜਾਬ ਤੋਂ ਰਫਲੀ ਕਿੰਨੇ ਪੈਸੇਂਜਰ ਨੇ ਜਿਹੜੇ ਵਾਇਆ ਦਿੱਲੀ ਆ ਰਹੇ। ਔਰ ਇਹ 2017 ਦੇ ਮੈਂ ਤੁਹਾਨੂੰ ਫਿਗਰ ਦੇ ਰਿਹਾ, 35 ਤੋਂ 40% ਟ੍ਰੈਫਿਕ ਦਿੱਲੀ ਦਾ, from between 35 to 40% passengers from Delhi are Punjabis. ਸੋ ਉਹਦੇ 'ਚ ਇੱਕ ਸਾਲ ਦੇ 3 ਮਿਲੀਅਨ ਪੈਸੇਂਜਰ, 30 ਲੱਖ ਪੈਸੇਂਜਰ, ਜੋ ਕਿ ਡੇਲੀ 8,500 ਦੇ ਕਰੀਬ ਬਣ ਜਾਂਦੇ ਆ। 8,500 ਪੈਸੇਂਜਰ ਸਾਡੇ ਪੰਜਾਬੀ ਪੰਜਾਬ ਤੋਂ 8 ਘੰਟੇ ਦਾ ਸਫ਼ਰ ਕਰਕੇ ਦਿੱਲੀ ਪਹੁੰਚਦੇ ਆ। ਉਹ ਦਿੱਲੀ ਤੋਂ ਫਲਾਈਟਾਂ ਲੈ ਕੇ ਉਹ ਬਾਹਰ ਅਲੱਗ-ਅਲੱਗ ਕੰਟਰੀਆਂ ਜਾਂਦੇ ਨੇ। ਸੋ ਇਹ ਜਦੋਂ ਇਹ ਫੈਕਟ ਐਂਡ ਫਿਗਰ ਅਸੀਂ ਸਾਰੇ ਆਪਣੇ ਹਰਦੀਪ ਪੁਰੀ ਜੀ ਨੂੰ, ਜੋ ਸਾਡੇ ਸਿਵਲ ਏਵੀਏਸ਼ਨ ਮਿਨਿਸਟਰ, ਉਸ ਤੋਂ ਬਿਨਾਂ ਸਿਵਲ ਏਵੀਏਸ਼ਨ ਅਥਾਰਟੀ, 에ਅਰ ਇੰਡੀਆ, ਜਦੋਂ ਇਹਨਾਂ ਨੂੰ ਸਾਰੇ ਡੇਟਾ ਅਸੀਂ ਪ੍ਰੈਜ਼ੈਂਟ ਕੀਤਾ, ਤਾਂ ਉਸ ਤੋਂ ਬਾਅਦ ਫਿਰ ਉਹ ਮੈਨੇਜਮੈਂਟ ਨੂੰ ਰੀਅਲਾਈਜ਼ ਹੋਇਆ ਵੀ ਵੀ ਨੀਡ ਟੂ ਡੂ ਸਮਥਿੰਗ। ਇਹ ਸਾਰਾ ਕੋਰ ਡੇਟਾ ਪ੍ਰੈਜ਼ੈਂਟ ਕਰ ਰਹੇ ਨੇ, ਔਰ ਇਹ ਅਸੀਂ ਇਸ ਬਾਰੇ ਕੁਝ ਗੌਰ ਕਰੀਏ। ਔਰ ਮੈਂ ਬਹੁਤ ਹੀ ਇਹ ਗੱਲ ਮਤਲਬ ਮੈਨੂੰ ਖੁਸ਼ੀ ਹੋ ਰਹੀ ਹੈ ਸਾਂਝੀ ਕਰਦੇ ਕਿ 2017 ਵਿੱਚ ਅਸੀਂ ਜੋ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਹੋਰ ਕਿਹੜੀਆਂ ਆਰਗੇਨਾਈਜੇਸ਼ਨਾਂ ਯੂਕੇ ਦੀਆਂ ਜਾਂ ਬਾਹਰਲੀਆਂ ਇਸ ਸੰਬੰਧ ਵਿੱਚ ਕੰਮ ਕਰ ਰਹੀਆਂ ਨੇ, ਤਾਂ ਅੰਮ੍ਰਿਤਸਰ ਵਿਕਾਸ ਮੰਚ ਬਾਰੇ ਸਾਨੂੰ ਪਤਾ ਲੱਗਿਆ ਕਿ ਪਿਛਲੇ ਕਾਫੀ ਸਾਲਾਂ ਤੋਂ ਇਸ ਮੁੱਦੇ ਤੇ ਉਹ ਕੰਮ ਕਰਦੇ ਆ ਰਹੇ ਆ। ਉਹਨਾਂ ਦਾ ਵੀ ਕਾਫੀ ਜ਼ਿਆਦਾ ਸਹਿਯੋਗ ਹੈਗਾ। ਹਾਂ ਬਿਲਕੁਲ, ਉਹਨਾਂ ਨੇ ਵੀ ਬਹੁਤ ਸਿੰਸੈਰਿਟੀ ਨਾਲ ਜੀ, ਇਹ ਕੋਈ ਉਹ ਉਹਨਾਂ ਦੀ ਕਮਰਸ਼ੀਅਲ ਚੈਰਿਟੀ ਨਹੀਂ, ਉਹ ਸਾਡੇ ਵਾਂਗੂ ਆਪਣੀਆਂ ਦਸਾਂ ਨੋਹਾਂ ਦੀ ਕਿਰਤ ਕਰਕੇ, ਰੋਜ਼ੀ ਰੋਟੀ ਕਰਕੇ ਆਪਣੀ ਪਰਿਵਾਰ ਚਲਾ ਰਹੇ ਆ। ਉਹਨੂੰ ਟੌਪ ਆਫ ਦੈਟ ਉਹ ਵੋਲੰਟਰੀ ਸੇਵਾ ਕਰ ਰਹੇ ਨੇ। ਇਹ ਸਾਡੇ ਜੋ ਪੰਜਾਬੀ ਭਰਾਵਾਂ ਦੇ, ਸਾਡੀ ਪੰਜਾਬੀ ਕਮਿਊਨਿਟੀ ਦੇ ਮਸਲੇ ਹਨ। ਸੋ ਉਹਨਾਂ ਨਾਲ ਫਿਰ ਅਸੀਂ ਕੋਲੈਬੋਰੇਸ਼ਨ ਕਰਕੇ 2017 ਤੋਂ ਇਹ ਜੁਆਇੰਟ ਕੈਂਪੇਨ, ਤਿੰਨੇ ਆਰਗੇਨਾਈਜੇਸ਼ਨ, ਜਿਹੜੀ ਕਿ ਅੰਮ੍ਰਿਤਸਰ ਵਿਕਾਸ ਮੰਚ, ਸੇਵਾ ਟਰੱਸਟ ਯੂਕੇ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਸੋ ਇਹਨਾਂ ਸਾਰੀਆਂ ਕੈਂਪੇਨ ਜੁਆਇੰਟ ਹੋਣ ਤੋਂ ਬਾਅਦ ਇਹਦਾ ਅਸਰ ਇਹ ਹੋਇਆ ਕਿ ਜੋ ਇੰਡੀਅਨ ਸਿਵਲ ਏਵੀਏਸ਼ਨ ਅਥਾਰਟੀ ਸੀ, 에ਅਰ ਇੰਡੀਆ ਸੀ, ਔਰ ਉਸ ਤੋਂ ਬਿਨਾਂ ਖਾਸ ਕਰਕੇ ਮੈਂ ਜ਼ਿਕਰ ਕਰਨਾ ਚਾਹਾਂਗਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਔਰ ਸੈਂਟਰਲ ਗਵਰਨਮੈਂਟ, ਜਿਨ੍ਹਾਂ ਨੇ ਬਹੁਤ ਵੱਡਾ ਤੋਹਫਾ ਇਹ ਪੰਜਾਬੀਆਂ ਲਈ ਦਿੱਤਾ ਕਿ 550ਵੇਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੀ ਖੁਸ਼ੀਆਂ 'ਚ ਇਹ ਸਟੈਂਡਸਟਿਲ ਤੋਂ ਇਹ ਫਲਾਈਟ ਦੁਬਾਰਾ ਸ਼ੁਰੂ ਹੋਈ। ਤੇ ਕਿਹਾ ਜਾ ਸਕਦਾ ਹੈ ਇਨ 10 ਸਾਲ ਦੇ ਵਿੱਚ ਕਾਫੀ ਜ਼ਿਆਦਾ ਤੁਹਾਡੇ ਹਰਡਲਸ ਵੀ ਆਏ ਤੇ ਕਾਫੀ ਜਦੋਜਹਿਦ ਜਿਹੜੀ ਸੀਗੀ ਉਹ ਤੁਹਾਨੂੰ ਵੀ ਕਰਨੀ ਪਈ ਤੇ ਤੁਹਾਡੀ ਟੀਮ ਵੱਲੋਂ ਵੀ ਕਰਨੀ ਪਈ। ਤੇ ਅੱਗੇ ਹੋਰ ਕਿਹੜੇ ਫਿਊਚਰ ਪਲਾਨਸ ਹੈਗੇ ਨੇ? ਹਾਂ, ਇਹਦੇ 'ਚ ਅਸੀਂ ਹੋਰ 에ਅਰਲਾਈਨ ਨੂੰ ਅਪਰੋਚ ਕਰ ਰਹੇ ਹਾਂ, ਕਿਉਂਕਿ ਜੋ ਫੀਡਬੈਕ ਸਾਡੀ ਪੰਜਾਬੀ ਕਮਿਊਨਿਟੀ ਵੱਲੋਂ ਆਈ ਸੀ, ਉਹਨਾਂ ਵੱਲੋਂ ਇਹ ਸੀ ਵੀ ਇਹ ਕਿਰਾਏ ਕਾਫੀ ਜ਼ਿਆਦਾ ਨੇ, ਕਿਉਂਕਿ ਜਦੋਂ ਇੱਕ 에ਅਰਲਾਈਨ ਜਾ ਰਹੀ ਹੈ ਇੱਕ 에ਅਰਪੋਰਟ ਤੇ, ਤਾਂ ਓਬਵੀਅਸਲੀ ਕੰਪੀਟੀਸ਼ਨ ਹੈ ਨਹੀਂਗਾ, ਇਸ ਕਰਕੇ ਜੋ ਕਿਰਾਏ ਨੇ ਉਹ ਥੋੜੇ ਜਿਹੇ ਵੱਧ ਹੁੰਦੇ ਨੇ। ਸੋ ਇਸ ਲਈ ਅਸੀਂ ਬ੍ਰਿਟਿਸ਼ ਏਅਰਵੇਜ਼, ਵਰਜਨ 에ਅਰਲਾਈਨ, ਹੋਰਾਂ ਨੂੰ ਵੀ ਇਹ ਸਾਰਾ ਡੇਟਾ ਭੇਜਿਆ। ਉਹਨਾਂ ਨਾਲ ਅਸੀਂ ਲਗਾਤਾਰ ਸੰਪਰਕ ਰੱਖਿਆ ਹੋਇਆ, ਔਰ USA ਤੋਂ ਸਮੀਪ ਸਿੰਘ ਜੀ ਗੁਮਟਾਲਾ, ਉਹਨਾਂ ਦੀ ਪੂਰੀ ਟੀਮ ਇਸ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ। ਔਰ ਪਿੱਛੇ ਜੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਕੈਨੇਡੀਅਨ ਪਾਰਲੀਮੈਂਟ 'ਚ ਵੀ ਇੱਕ ਪਟੀਸ਼ਨ ਸ਼ੁਰੂ ਹੋਈ ਹੈ ਕਿ ਕਾਫੀ ਲੋਕਾਂ ਨੇ ਇਹ ਪਟੀਸ਼ਨ ਉਹ ਸਾਈਨ ਕੀਤੀ ਹੈ, ਤਾਂ ਕਿ ਕੈਨੇਡੀਅਨ ਜੋ ਪਾਰਲੀਮੈਂਟ ਆ, ਉਹਨਾਂ ਦੇ ਜੋ ਮੈਂਬਰ ਪਾਰਲੀਮੈਂਟ ਸਾਹਿਬਾਨ, ਉਹ ਵੀ ਇਸ ਨੂੰ ਸਹਿਯੋਗ ਦੇ ਰਹੇ ਹਨ। ਤੇ ਇਸੇ ਤਰੀਕੇ ਨਾਲ ਅਮਰੀਕਾ 'ਚ ਕਾਫੀ ਆਰਗੇਨਾਈਜੇਸ਼ਨਾਂ, ਔਰ UK ਵਿੱਚ ਅਸੀਂ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਾਂ। ਸੋ ਸਾਰਾ ਜੋ ਕਲੈਕਟਿਵ ਇਹ ਐਫਰਟ ਹੈ, ਉਹ ਇਸ ਗੱਲ ਤੇ ਮਤਲਬ ਜ਼ੋਰ ਦੇ ਰਿਹਾ ਕਿ ਸਾਡੇ ਜੋ ਪੰਜਾਬੀ ਭਰਾ ਨੇ ਉਹ ਡਾਇਰੈਕਟ ਗੁਰੂ ਕੀ ਨਗਰੀ ਪਹੁੰਚਣ। ਕਿਉਂ ਉਹਨਾਂ ਨੂੰ ਖੁਆਰ ਹੋ ਕੇ ਵਾਇਆ ਦਿੱਲੀ ਜਾਣਾ ਪੈਂਦਾ? ਮੈਂ ਕੋਈ ਦਿੱਲੀ 에ਅਰਪੋਰਟ ਦੇ ਅਗੇਂਸਟ ਨਹੀਂ ਆ, ਸਾਡਾ ਵਧੀਆ 에ਅਰਪੋਰਟ ਆ, ਸਾਡੀ ਨੈਸ਼ਨਲ ਕੈਪੀਟਲ ਆ, ਪਰ ਅਸੀਂ ਇਹ ਸੋਚਣਾ ਹੈ ਕਿ ਪੰਜਾਬ ਦੀ ਗਿਣਤੀ, ਜੋ ਪੰਜਾਬੀ ਡਾਇਸਪੋਰਾ ਇਜ਼ ਦਾ ਹਾਈਐਸਟ ਅਮੰਗ ਆਲ ਇੰਡੀਅਨ ਸਟੇਟਸ, ਸੋ ਵਾਈ ਕਾਂਟ ਵੀ ਫਲਾਈ ਡਾਇਰੈਕਟਲੀ ਟੂ ਪੰਜਾਬ? ਵਾਈ ਵੀ ਹੈਵ ਟੂ ਗੋ ਟੂ ਦਿੱਲੀ? ਤੇ ਦੂਸਰਾ, ਅਸੀਂ ਤੁਹਾਨੂੰ ਮੈਂ ਹੋਰ ਐਡ ਕਰਨਾ ਚਾਹੁੰਦਾ, ਸੌਰੀ ਮੈਂ ਟਾਈਮ ਲੈ ਰਿਹਾ, ਉਹ ਇਹ ਗੱਲ ਹੈ ਕਿ ਲੁਧਿਆਣਾ ਤੋਂ ਲੈ ਕੇ ਦਿੱਲੀ ਦੇ ਵਿੱਚ ਰੋਡ ਐਕਸੀਡੈਂਟ ਦਾ ਡੇਟਾ ਤੁਸੀਂ 10 ਸਾਲ ਦਾ ਐਨਾਲਾਈਜ਼ ਕਰ ਲਓ। ਠੀਕ ਹੈ, ਰੋਡਾਂ ਦੀ ਸਿਚੁਏਸ਼ਨ ਇੰਪਰੂਵ ਹੋਈ ਆ, ਪਰ ਦੇਰ ਆਰ ਲੋਟ ਆਫ ਰੋਡ ਕੈਜੂਅਲਟੀਜ਼, ਜਿਹਦੇ 'ਚ ਬਹੁਤ ਸਾਰੇ NRI ਭਰਾ, ਈਵਨ ਇੱਥੋਂ ਤੱਕ ਕਿ ਜੋ ਸਾਡੀਆਂ ਕੋਚਿਸ ਸੀ ਜੋ ਇੰਟਰਨੈਸ਼ਨਲ ਪੈਸੇਂਜਰ ਨੂੰ ਕੈਰੀ ਕਰਦੀਆਂ, ਉਹ ਵੀ ਐਕਸੀਡੈਂਟ ਗ੍ਰਸਤ ਹੋ ਚੁੱਕੀਆਂ ਨੇ। ਸੋ ਕਿਉਂ ਅਸੀਂ ਸਾਡੇ ਬਜ਼ੁਰਗਾਂ ਨੂੰ, ਸਾਡੀਆਂ ਬੀਬੀਆਂ ਨੂੰ, ਬੱਚਿਆਂ ਨੂੰ ਅਸੀਂ ਕਿਉਂ ਖੁਆਰ ਕਰਕੇ ਵਾਇਆ ਦਿੱਲੀ ਭੇਜਣ 'ਤੇ ਮਜਬੂਰ ਕਰ ਰਹੇ ਹਾਂ?
ਸੋ ਮੈਂ ਆਪ ਜੀ ਦੇ ਚੈਨਲ ਦੇ ਜ਼ਰੀਏ ਸਾਰੀਆਂ ਆਰਗੇਨਾਈਜੇਸ਼ਨਾਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਕਿ ਜਿੱਥੇ ਤੁਸੀਂ ਹੋਰ ਮਸਲਿਆਂ ਬਾਰੇ ਮੰਗਾਂ ਉਠਾਉਂਦੇ ਹੋ, ਮੁਜ਼ਾਹਰੇ ਕਰਦੇ ਹੋ, ਤਾਂ ਪਲੀਜ਼ ਇਹ ਮਸਲਾ ਵੀ ਉਠਾਓ ਕਿ ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ, ਸਾਡੇ ਭੈਣ ਭਰਾ ਜੋ ਡੇਲੀ ਖੁਆਰ ਹੁੰਦੇ ਨੇ, ਅਸੀਂ ਉਹਨਾਂ ਲਈ ਕੁਝ ਕਰ ਸਕੀਏ। ਏਅਰ ਇੰਡੀਆ ਦੇ ਟਾਟਾ ਗਰੁੱਪ ਕੋ ਜਾਣ ਤੋਂ ਬਾਅਦ ਹੁਣ ਪੰਜਾਬੀਆਂ ਲਈ ਇੱਕ ਬਹੁਤ ਹੀ ਚੰਗੀ ਖਬਰ ਆਈ ਹੈ। ਟਾਟਾ ਗਰੁੱਪ ਵੱਲੋਂ ਅਸੀਂ ਕਵਾਂਗੇ ਇੱਕ ਵੱਡਾ ਤੋਹਫਾ ਜਿਹੜਾ ਹੈ ਉਹ ਪੰਜਾਬੀਆਂ ਨੂੰ ਦਿੱਤਾ ਜਾ ਰਿਹਾ ਹੈ। ਏਅਰ ਇੰਡੀਆ ਵੱਲੋਂ ਜਿਹੜੀ ਅੰਮ੍ਰਿਤਸਰ ਲੰਡਨ ਹੀਥਰੋ ਉਡਾਨ ਜਿਹੜੀ ਹੈ ਹਫਤੇ ਵਿੱਚ ਇੱਕ ਦਿਨ ਲਈ ਆਪਰੇਟ ਕੀਤੀ ਜਾ ਰਹੀ ਹੈ। ਕੋਵਿਡ ਦੇ ਦੌਰਾਨ ਸਿੱਧੀ ਉਡਾਨ ਜਿਹੜੀ ਉਹ 27 ਮਾਰਚ ਤੋਂ ਐਵੀਏਸ਼ਨ ਵਿੱਚ ਜਿਹੜਾ ਕਿ ਅਸੀਂ ਗਰਮੀਆਂ ਦਾ ਸੀਜ਼ਨ, ਸਮਰ ਸੀਜ਼ਨ ਉਹਨੂੰ ਕਹਿੰਦੇ ਆ, 27 ਮਾਰਚ ਤੋਂ ਏਅਰ ਇੰਡੀਆ ਵੱਲੋਂ ਜਿਹੜੀ ਅੰਮ੍ਰਿਤਸਰ ਲੰਡਨ ਸਿੱਧੀ ਉਡਾਨ ਹਫਤੇ 'ਚ ਇੱਕ ਦਿਨ ਤੋਂ 3 ਦਿਨ ਕੀਤੀ ਜਾ ਰਹੀ ਹੈ। ਲੰਡਨ ਤੋਂ ਅੰਮ੍ਰਿਤਸਰ ਸ਼ਨੀਵਾਰ, ਐਤਵਾਰ ਤੇ ਸੋਮਵਾਰ ਲਈ ਚੱਲੇਗੀ ਤੇ ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਲੰਡਨ ਹੀਥਰੋ ਲਈ ਇਹ ਐਤਵਾਰ, ਸੋਮਵਾਰ ਤੇ ਮੰਗਲਵਾਰ ਇਹ ਜਿਹੜੀ ਉਡਾਨ ਹੈ ਹਫਤੇ ਵਿੱਚ ਹੁਣ 3 ਦਿਨ ਜਿਹੜੀ ਹੈ ਏਅਰ ਇੰਡੀਆ ਵੱਲੋਂ ਆਪਰੇਟ ਕੀਤੀ ਜਾਏਗੀ। ਇਸ ਦੀ ਜਿਹੜੀ ਬੁਕਿੰਗ ਹੈ, ਜੋ ਇਹ ਜਾਣਕਾਰੀ ਮਿਲੀ ਹੈ, ਉਹ ਏਅਰ ਇੰਡੀਆ ਦੀ ਵੈਬਸਾਈਟ ਤੇ ਜਿਹੜੀ ਹੈ ਇਸ ਉਡਾਨ ਦੀ ਬੁਕਿੰਗ ਖੋਲੀ ਗਈ ਹੈ। ਅਨਮੋਲ ਕੌਰ, PTC ਨਿਊਜ਼, ਲੰਡਨ।